ਉਸ ਕੰਮ ਦਾ ਵਕਤ ਆ ਜਾਂਦਾ ਪੂਰਾ ਹੋਣ ਦਾ, ਉਸ ਟਾਈਮ ਤੇ ਅਸੀਂ ਹਿੰਮਤ ਹਾਰ ਜਾਂਦੇ ਹਾਂ। ਤੋ ਐਂਡ ਟਾਈਮ ਤੇ ਖੁਦਾ ਕੰਮ ਕਰਨ ਦੀ ਸਮਰਥ ਰੱਖਦਾ ਏ, ਇਸ ਦੇ ਵਿਸ਼ੇ 'ਚ ਮੈਂ ਸਾਂਝਾ ਕਰਾਂਗੀ। ਤਾਂ ਮੈਂ ਉਤਪਤ ਦੀ ਕਿਤਾਬ ਉਹਦਾ 32 ਅਧਿਆਏ ਯਾਕੂਬ ਦੇ ਵਿਸ਼ੇ ਦੇ ਵਿੱਚ, ਕਿ ਜਦੋਂ ਯਾਕੂਬ ਦਾ ਦੂਤ ਨਾਲ ਘੋਲ ਹੋਇਆ ਸੀ, ਉਸ ਦੇ ਵਿਸ਼ੇ ਦੇ ਵਿੱਚ ਤੋ ਮੈਂ ਸਾਂਝਾ ਕਰੂੰਗੀ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਯਾਕੂਬ ਔਰ ਇਸ਼ਾਓ ਇਹ ਦੋਵੇਂ ਭਰਾ ਸੀਗੇ, ਉਹ ਦੇਖ ਸਕਦੇ ਹਾਂ ਅਸੀਂ ਉਤਪਤ 27 ਅਧਿਆਏ ਉਹਦੀ 20 ਆਇਤ 'ਚ ਅਸੀਂ ਦੇਖਦੇ ਹਾਂ ਕਿ ਜਦੋਂ ਇਸ਼ਾਓ ਨੂੰ ਇਸ਼ਾਕ ਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਵਿਰਧ ਹੋ ਗਿਆ ਵਾਂ, ਕਿ ਤੂੰ ਹੁਣ ਮੇਰੇ ਵਾਸਤੇ ਉਹ ਸਵਾਦਲਾ ਭੋਜਨ ਤਿਆਰ ਕਰ ਕਿ ਜੋ ਮੈਨੂੰ ਪਸੰਦ ਲੱਗਦਾ ਹੈ ਔਰ ਮੈਂ ਤੈਨੂੰ ਆਸ਼ੀਸ਼ ਦਿਆਂਗਾ। ਔਰ ਉਸ ਟਾਈਮ ਉਹ ਸਾਰੀਆਂ ਗੱਲਾਂ ਨੂੰ ਇਸ਼ਾਓ ਦੀ ਮਾਂ ਸੁਣ ਲੈਂਦੀ ਹੈ, ਔਰ ਉਹ ਜ਼ਿਆਦਾ ਪਿਆਰ ਯਾਕੂਬ ਨੂੰ ਕਰਦੀ ਹੁੰਦੀ ਹੈ, ਤੇ ਫਿਰ ਉਹ ਯਾਕੂਬ ਨੂੰ ਧੋਖੇ ਨਾਲ ਇਸ਼ਾਓ ਦੇ ਭੇਸ਼ ਵਿੱਚ ਇਸ਼ਾਕ ਦੇ ਕੋਲ ਭੇਜਦੀ ਹੈ ਆਸ਼ੀਸ਼ ਲੈਣ ਦੇ ਵਾਸਤੇ। ਔਰ ਜਦੋਂ ਯਾਕੂਬ ਆਸ਼ੀਸ਼ ਲੈ ਲੈਂਦਾ ਵਾ, ਤਾਂ ਫਿਰ ਉਹ ਆਪਣੇ ਹੁਣ ਭਰਾ ਇਸ਼ਾਓ ਤੋਂ ਡਰਦਾ ਵਾ, ਔਰ ਉਹਨੂੰ ਇਹ ਡਰ ਹੁੰਦਾ ਕਿ ਉਹ ਮੈਨੂੰ ਮਾਰ ਦਵੇਗਾ, ਔਰ ਉਹ ਉੱਥੋਂ ਭੱਜ ਜਾਂਦਾ ਵਾ। ਔਰ ਬਹੁਤ ਸਮੇਂ ਦੇ ਬਾਅਦ ਉਹ ਜਦੋਂ ਖੁਦਾਵੰਦ ਦਾ ਕਲਾਮ ਉਹਦੇ ਨਾਲ ਹੁੰਦਾ ਕਿ ਤੂੰ ਹੁਣ ਵਾਪਸ ਜਾ, ਉਹ ਆਪਾਂ ਪੜਾਂਗੇ ਇਸ 32 ਅਧਿਆਏ ਦੇ ਵਿੱਚ। ਤਾਂ ਯਾਕੂਬ ਨੇ ਆਖਿਆ, 32 ਅਧਿਆਏ ਉਹਦੀ 9 ਆਇਤ ਤੋਂ ਮੈਂ ਪੜਾਂਗੀ। ਤਾਂ ਯਾਕੂਬ ਨੇ ਆਖਿਆ, हे ਮੇਰੇ ਪਿਤਾ ਅਬਰਾਹਿਮ ਦੇ ਪਰਮੇਸ਼ਵਰ ਔਰ ਮੇਰੇ ਪਿਤਾ ਇਸ਼ਾਕ ਦੇ ਪਰਮੇਸ਼ਵਰ ਯਹੋਵਾ, ਜਿਸ ਆਖਿਆ ਕਿ ਤੂੰ ਆਪਣੇ ਦੇਸ਼ ਔਰ ਆਪਣੇ ਸਾਕਾਂ ਕੋਲ ਮੁੜ ਜਾ, ਔਰ ਮੈਂ ਤੇਰੇ ਸੰਗ ਭਲਾਈ ਕਰਾਂਗਾ। ਮੈਂ ਤਾਂ ਉਹਨਾਂ ਸਾਰੀਆਂ ਦਿਆਲਗੀਆਂ ਔਰ ਉਸ ਸਾਰੀ ਸੱਚਾਈ ਤੋਂ ਜਿਹੜੀ ਤੈਂ ਆਪਣੇ ਦਾਸ ਦੇ ਸੰਗ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਜਰਦਨ ਦੇ ਪਾਰ ਲੰਘਿਆ ਸੀ, ਪਰ ਹੁਣ ਮੈਂ 2 ਟੋਲੀਆਂ ਹੋ ਗਿਆ ਹਾਂ। ਤੂੰ ਮੈਨੂੰ ਮੇਰੇ ਭਰਾ ਦੇ ਹੱਥੋਂ ਅਰਥਾਤ ਇਸ਼ਾਓ ਦੇ ਹੱਥੋਂ ਛੁਡਾ ਲਵੀਂ, ਕਿਉਂ ਜੋ ਮੈਂ ਉਸ ਤੋਂ ਡਰਦਾ ਹਾਂ, ਕਿਤੇ ਉਹ ਆ ਕੇ ਮੈਨੂੰ ਔਰ ਮਾਵਾਂ ਨੂੰ ਪੁੱਤਰਾਂ ਸਣੇ ਮਾਰ ਨਾ ਸੁੱਟੇ। ਤੈਂ ਆਖਿਆ ਕਿ ਮੈਂ ਤੇਰੇ ਸੰਗ ਭਲਾਈ ਹੀ ਭਲਾਈ ਕਰਾਂਗਾ, ਅਤੇ ਤੇਰੀ ਅੰਸ਼ ਨੂੰ ਸਮੁੰਦਰ ਦੀ ਰੇਤ ਵਾਂਗਰ, ਜਿਹੜੀ ਬਹੁਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ, ਬਣਾਵਾਂਗਾ। ਸੋ ਅਸੀਂ ਇਸ ਵਚਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਉਹਦੇ ਨਾਲ ਇਹ ਕਲਾਮ ਕਰਦਾ, ਔਰ ਉਸ ਟਾਈਮ ਉਹ ਪ੍ਰਾਰਥਨਾ ਦੇ ਵਿੱਚ ਹੁੰਦਾ ਵਾ, ਔਰ ਉਹ ਇਹ ਸਾਰੀਆਂ ਗੱਲਾਂ ਖੁਦਾਵੰਦ ਦੇ ਨਾਲ ਕਰ ਰਿਹਾ ਹੁੰਦਾ ਵਾ, ਤੇ ਔਰ ਆਪਣੇ ਆਪ ਨੂੰ ਇੱਕ ਛੋਟਾ ਕਹਿ ਕੇ ਉਹ ਬਿਆਨ ਕਰਦਾ ਵਾ। ਠੀਕ ਹੈ, ਜਿਸ ਤਰ੍ਹਾਂ ਅਸੀਂ ਕਲਾਮ ਦੇ ਵਿੱਚ ਦੇਖਦੇ ਹਾਂ ਕਿ ਪਰਮੇਸ਼ਵਰ ਵੀ ਕਹਿੰਦਾ ਕਿ ਤੁਸੀਂ ਇੱਕ ਬੱਚੇ ਦੇ ਨਿਆਈ ਬਣੋ। ਨਵੇਂ ਨਿਯਮ ਦੇ ਵਿੱਚ ਖੁਦਾਵੰਦ ਦੇ ਕਲਾਮ 'ਚ ਕਿ ਤੁਸੀਂ ਇੱਕ ਬੱਚੇ ਦੇ ਨਿਆਈ ਬਣੋ, ਜੋ ਕਿ ਸਵਰਗ ਦਾ ਅਧਿਕਾਰੀ ਹੋਵੇਗਾ, ਕਿ ਜਿਹਦਾ ਮਨ ਨਹੀਂ ਜਾਣਦਾ ਕਿ ਧੋਖਾ ਕੀ ਹੈ। ਔਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਪਹਿਲਾਂ ਯਾਕੂਬ ਨੇ ਧੋਖਾ ਕੀਤਾ ਸੀਗਾ, ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਯਾਕੂਬ ਅੱਤ ਪੈਮਾਨ, ਮਤਲਬ ਕਿ ਉਹਦੇ ਅੰਦਰ ਇੱਕ ਬਹੁਤ ਜ਼ਿਆਦਾ ਡਰ ਬੈਠਿਆ ਹੋਇਆ ਸੀਗਾ ਉਸ ਸਮੇਂ ਤੋਂ ਲੈ ਕੇ, ਚਾਹੇ ਕਿ ਬਹੁਤ ਜ਼ਿਆਦੇ ਸਾਲ ਬੀਤ ਚੁੱਕੇ ਸੀ, ਲੇਕਿਨ ਉਹਨੂੰ ਡਰ ਸੀ ਕਿ ਉਹਦਾ ਭਰਾ ਉਹਨੂੰ ਮਾਰ ਨਾ ਦਵੇ। ਔਰ ਉਹ ਕਿਤੇ ਨਾ ਕਿਤੇ ਪਰਮੇਸ਼ਵਰ ਦਾ ਵੀ ਡਰ ਰੱਖਦਾ ਸੀਗਾ। ਧੋਖਾ ਕੀਤਾ ਸੀ ਉਹਨੇ ਆਪਣੇ ਭਰਾ ਨਾਲ, ਔਰ ਖੁਦਾਵੰਦ ਇਹੀ ਬੰਦਿਆਂ ਨੂੰ ਪਸੰਦ ਕਰਦਾ ਏ ਜੋ ਪਰਮੇਸ਼ਵਰ ਦਾ ਭੈ ਆਪਣੇ ਦਿਲਾਂ ਵਿੱਚ ਰੱਖਦੇ ਨੇ, ਜੋ ਉਹਦੇ ਕਲਾਮ ਦਾ ਭੈ ਰੱਖਦੇ ਨੇ, ਉਹਦੀਆਂ ਵਿਧੀਆਂ ਦਾ ਭੈ ਰੱਖਦੇ ਨੇ। ਤੋ ਕਿਤੇ ਨਾ ਕਿਤੇ ਉਹ ਭੈ ਉਹਦੇ ਦਿਲ 'ਚ ਸੀ, ਔਰ ਉਹ ਇਹ ਸਾਰੀਆਂ ਗੱਲਾਂ ਖੁਦਾਵੰਦ ਦੇ ਨਾਲ ਕਰਦਾ ਏ ਕਿ ਖੁਦਾ, ਤੁਸੀਂ ਮੈਨੂੰ ਇਹ ਕਲਾਮ ਕੀਤਾ ਏ ਕਿ ਮੈਂ ਵਾਪਸ ਜਾਵਾਂ, ਔਰ ਉਹ ਸਾਰੀਆਂ ਹਰ ਇੱਕ ਗੱਲ ਉਹਦੇ ਅੱਗੇ ਬਿਆਨ ਕਰਦਾ ਏ। ਔਰ ਆਪਾਂ ਇਹ ਵੀ ਦੇਖਦੇ ਹਾਂ ਕਿ ਉਹਨੇ ਖਾਸ ਕਰਕੇ ਇਸ਼ਾਕ ਦੇ ਪਰਮੇਸ਼ਵਰ ਕਹਿ ਕੇ ਖੁਦਾਵੰਦ ਨਾਲ ਗੱਲਬਾਤ ਕੀਤੀ, ਕਿ ਉਹ ਜਾਣਦਾ ਸੀ ਕਿ ਉਹਦਾ ਪਿਤਾ
ਆਗਿਆਕਾਰੀ ਔਰ ਇਮਾਨਦਾਰੀ ਨਾਲ ਉਹਨੇ ਖੁਦਾਵੰਦ ਦੀ ਸੇਵਾ ਕੀਤੀ ਔਰ ਅਸੀਂ ਵੀ ਅੱਜ ਕਈ ਵਾਰੀ ਸਾਡੇ ਘਰ ਦੇ ਵਿੱਚ ਸਾਡੇ ਮੰਮੀ-ਪਾਪਾ ਜਾਂ ਸਾਡੇ ਬ੍ਰਦਰ ਕੋਈ ਵੀ ਹਨਾ, ਜੋ ਕਿ ਮਸੀਹ ਦੇ ਵਿੱਚ ਆਏ ਹੁੰਦੇ ਆ ਔਰ ਅਸੀਂ ਉਹਨਾਂ ਨੂੰ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਜਾਂ ਕਿੱਦਾਂ ਚਰਚ ਜਾਂਦੇ ਨੇ, ਕੀ ਕਰ ਰਹੇ ਨੇ, ਕਿੱਦਾਂ ਕਲਾਮ ਪੜ੍ਹਦੇ ਨੇ। ਤੇ ਕਈ ਵਾਰੀ ਅਸੀਂ ਉਹਨਾਂ ਨੂੰ ਦੇਖ ਕੇ ਹੀ ਸਿੱਖਦੇ ਹਾਂ। ਅਸੀਂ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਹਨਾ? ਤੋ ਅਸੀਂ ਖੁਦਾਵੰਦ ਯਿਸੂ ਮਸੀਹ ਨੂੰ ਵੀ ਰੋਲ ਮਾਡਲ ਦੀ ਤਰ੍ਹਾਂ ਅਸੀਂ ਉਹਨਾਂ ਨੂੰ ਵੇਖਦੇ ਹਾਂ ਜਾਂ ਬਹੁਤ ਸਾਰੀਆਂ ਆਪਾਂ ਦਾਨੀਏਲ ਦੀ ਸਟੋਰੀ ਪੜ੍ਹਦੇ ਹਾਂ। ਹਰ ਇੱਕ ਸਟੋਰੀ 'ਚੋਂ ਆਪਾਂ ਨੂੰ ਕੁਛ ਨਾ ਕੁਛ ਮਿਲਦਾ ਔਰ ਅਸੀਂ ਕਿਤੇ ਨਾ ਕਿਤੇ ਸਾਡੇ ਦਿਲ ਦੇ ਵਿੱਚ ਇਹ ਚਾਹਤ ਆਉਂਦੀ ਆ ਕਿ ਮੈਂ ਵੀ ਏਦਾਂ ਕਰਾਂ। ਚਾਹੇ ਉਹ ਪ੍ਰੇਅਰ ਦੇ ਵਿਸ਼ੇ ਨੂੰ ਆ ਜਾਂ ਵਰਤ ਰੱਖਣ ਦੇ ਵਿਸ਼ੇ ਨੂੰ ਆ ਜਾਂ ਬਹੁਤ ਸਾਰੀਆਂ ਹੋਰ ਵੀ ਗੱਲਾਂ। ਇਹ ਸਾਰੀਆਂ ਗੱਲਾਂ ਦੇ ਵਿੱਚ ਇੱਕ ਚੀਜ਼ ਤਾਂ ਹੈ ਕਿ ਉਹ ਸਾਨੂੰ ਆਗਿਆਕਾਰੀ ਬਣਨ ਨੂੰ ਔਰ ਸਾਨੂੰ ਇਮਾਨਦਾਰੀ ਨਾਲ ਚੱਲਣ ਵਾਸਤੇ ਸਿਖਾਉਂਦੀਆਂ ਨੇ। ਤੇ ਅੱਜ ਸਾਡੇ ਲਈ ਇਹ ਬਹੁਤ ਜ਼ਰੂਰੀ ਆ ਕਿ ਜਦੋਂ ਅਸੀਂ ਕੰਟੀਨਿਊ ਕਿਸੇ ਵਿਸ਼ੇ ਦੇ ਵਿੱਚ ਲਈ ਕਿਸੇ ਵਿਸ਼ੇ ਦੇ ਲਈ ਪ੍ਰਾਰਥਨਾ ਦੇ ਵਿੱਚ ਆ ਤੇ ਸਾਨੂੰ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ। ਜੋ ਖੁਦਾ ਨੇ ਸਾਡੇ ਲਈ ਸਮਾਂ ਠਹਿਰਾਇਆ ਕਿ ਜਿਸ ਸਮੇਂ ਦੇ ਵਿੱਚ ਉਹ ਗੱਲ ਪੂਰੀ ਹੋਣੀ ਹੈ। ਔਰ ਅਸੀਂ ਜਦੋਂ ਇਸ ਕਲਾਮ ਦੇ ਅੱਗੇ ਜਾ ਕੇ ਅਸੀਂ ਪੜ੍ਹਦੇ ਹਾਂ, ਹੁਣ ਯਾਕੂਬ ਆਪਣੇ ਪੁਰਾਣੇ ਜਿੱਥੇ ਉਹਦਾ ਘਰ ਸੀਗਾ ਉੱਥੇ ਵਾਪਸ ਜਾ ਰਿਹਾ ਵਾ ਔਰ ਉਹਨੂੰ ਇਹ ਵੀ ਡਰ ਹੈ ਕਿ ਉਹਦਾ ਭਰਾ ਨੂੰ ਮਾਰ ਨਾ ਦੇਵੇ, ਲੇਕਿਨ ਉਹ ਆਪਣੇ ਭਰਾ ਲਈ ਇੱਕ ਨਜ਼ਰਾਨਾ ਲੈ ਕੇ ਜਾਂਦਾ ਏ। ਉਹਦੇ ਵਾਸਤੇ ਬਹੁਤ ਸਾਰੀਆਂ ਗਾਵਾਂ, ਭੇਡਾਂ ਉਹ ਸਾਰੀਆਂ ਉਹ ਅੱਗੇ ਕਰ ਦਿੰਦਾ ਏ। ਕਿਉਂ? ਕਿਉਂਕਿ ਉਹ ਤਾਂ ਅੱਗੇ ਕਰਦਾ ਹੈ ਕਿ ਮੇਰਾ ਭਰਾ ਇਹਨਾਂ ਨੂੰ ਦੇਖ ਕੇ ਖੁਸ਼ ਹੋਊਗਾ ਔਰ ਉਹ ਜਿਨ੍ਹਾਂ ਦੇ ਹੱਥ ਵਿੱਚ ਉਹ ਟੋਲੀ ਸੌਂਪੀ ਹੁੰਦੀ ਹੈ ਉਹਨੇ ਉਹਨਾਂ ਨੂੰ ਕਹਿੰਦਾ ਕਿ ਉਹਨੂੰ ਕਿਉਂ ਜਾ ਕੇ ਕਿ ਇਹ ਤੇਰੇ ਲਈ ਇੱਕ ਨਜ਼ਰਾਨਾ ਏ। ਔਰ ਅੱਜ ਅਸੀਂ ਦੇਖੀਏ ਕਿ ਅਗਰ ਸਾਡੀ ਜ਼ਿੰਦਗੀ ਵਿੱਚ ਐਸੀ ਕੁਛ ਗੱਲਬਾਤ ਚੱਲ ਰਹੀ ਹੈ ਜੋ ਅਸੀਂ ਪ੍ਰੇਅਰ 'ਚ ਰੱਖੀ ਹੈ ਜਾਂ ਅਸੀਂ ਕੀ ਨਜ਼ਰਾਨਾ ਖੁਦਾਵੰਦ ਦੇ ਲਈ ਪੇਸ਼ ਕਰਦੇ ਹਾਂ ਉਸ ਜਗ੍ਹਾ ਦੇ ਉੱਤੇ? ਕੀ ਹੋ ਸਕਦਾ ਹੈ ਐਸਾ ਵੀ ਜੋ ਅਸੀਂ ਇੱਕ ਭੇਂਟ ਦੇ ਤੌਰ ਤੇ ਉਹਨੂੰ ਅਸੀਂ ਦੇ ਸਕੀਏ ਕਿ ਹਾਂ ਸਾਡਾ ਖੁਦਾ ਉਸ ਗੱਲ ਤੋਂ ਖੁਸ਼ ਹੋ ਜਾਵੇ ਔਰ ਔਰ ਉਹ ਚੀਜ਼ ਜੋ ਸਾਡੇ ਲਈ ਰੱਖੀ ਗਈ ਹੈ ਉਹ ਉਸ ਚੀਜ਼ ਨੂੰ ਅਸੀਂ ਪਾ ਲਈਏ। ਤੋ ਇਹ ਜਾਣਨ ਦੀ ਸਾਨੂੰ ਅੱਜ ਬਹੁਤ ਜ਼ਰੂਰਤ ਹੈ ਕਿ ਕਿਹੜੀ ਐਸੀ ਗੱਲ ਅਸੀਂ ਇੱਕ ਭੇਂਟ ਦੀ ਤੌਰ ਤੇ ਖੁਦਾਵੰਦ ਦੇ ਅੱਗੇ ਰੱਖ ਸਕਦੇ ਹਾਂ? ਕਿਹੜਾ ਸਾਡਾ ਐਸਾ ਬਲੀਦਾਨ ਸਾਡੀ ਜ਼ਿੰਦਗੀ ਤੋਂ ਹੋ ਸਕਦਾ ਹੈ ਕਿ ਜੋ ਖੁਦਾਵੰਦ ਨੂੰ ਪਸੰਦ ਆ ਜਾਵੇ? ਇੱਕ ਐਸਾ ਫਲ ਸਾਡੀ ਜ਼ਿੰਦਗੀ ਤੋਂ ਦਈਏ ਅਸੀਂ ਪਰਮੇਸ਼ਵਰ ਨੂੰ ਕਿ ਖੁਦਾਵੰਦ ਖੁਸ਼ ਹੋਵੇ ਕਿ ਹਾਂ ਔਰ ਉਹ ਗੱਲਾਂ ਜੋ ਖੁਦਾਵੰਦ ਨੂੰ ਸਾਡੀਆਂ ਨਹੀਂ ਪਸੰਦ ਤਾਂ ਖੁਦਾਵੰਦ ਉਹਨਾਂ ਵਿੱਚ ਸਾਡੇ ਉੱਤੇ ਦਇਆ ਕਰਦਾ ਏ ਫਿਰ ਔਰ ਸਾਨੂੰ ਉਹਨਾਂ ਗੱਲਾਂ ਨੂੰ ਮੈਂ ਕਹਿ ਸਕਦੀ ਹਾਂ ਕਿ ਇੱਕ ਸਹੀ ਕਰਨ ਦੇ ਲਈ ਸਾਨੂੰ ਤਾਕਤ ਅਦਾ ਕਰਦਾ ਏ। ਸਾਨੂੰ ਸਾਡੇ ਮਨ ਵਿੱਚ ਕੁਛ ਪਾਉਂਦਾ ਏ ਖੁਦਾ ਕਿ ਅਸੀਂ ਕਿਸ ਤਰ੍ਹਾਂ ਉਸਨੂੰ ਹਿੰਮਤ ਨਾਲ ਸਹੀ ਕਰ ਸਕਦੇ ਹਾਂ ਫਿਰ। ਤੋ ਜਿੱਦਾਂ ਕਿ ਬਹੁਤ ਸਾਰੀਆਂ ਆਪਾਂ ਦੇਖਦੇ ਵੀ ਆ ਕਿ ਆਪਾਂ ਆਮ ਜਿਹੇ ਲਫ਼ਜ਼ਾਂ ਵਿੱਚ ਇਹ ਕਹਿੰਦੇ ਆ ਕਿ ਅਗਰ ਅਸੀਂ ਖੁਦਾਵੰਦ ਦੇ ਵੱਲ ਇੱਕ ਕਦਮ ਵਧਾਉਂਦੇ ਤੇ ਖੁਦਾ 2 ਕਦਮ ਵਧਾਉਂਦਾ ਏ। ਇਹ ਸਾਡੇ ਆਮ ਜਿਹੇ ਲਫ਼ਜ਼ ਨੇ ਲੇਕਿਨ ਅਗਰ ਅਸੀਂ ਇਹਨਾਂ ਨੂੰ ਗੌਰ ਨਾਲ ਦੇਖੀਏ ਇਹਨਾਂ ਵਿੱਚ ਬਹੁਤ ਵੱਡੀਆਂ ਗੱਲਾਂ ਛੁਪੀਆਂ ਹੋਈਆਂ ਨੇ। ਤਾਂ ਅਸੀਂ ਦੇਖਦੇ ਹਾਂ ਹੁਣ ਅੱਗੇ ਅਸੀਂ 22 ਆਇਤ ਦੇ ਵਿੱਚ ਪੜਾਂਗੇ। ਉਹ ਉਸੇ ਰਾਤ ਉੱਠਿਆ ਔਰ ਆਪਣੀਆਂ ਦੋਹੇ ਤੀਵੀਆਂ ਔਰ ਦੋਹੇ ਗੋਲੀਆਂ ਔਰ 11 ਪੁੱਤਰਾਂ ਨੂੰ ਲੈ ਕੇ ਯਾਕੋਬ ਦੇ ਪੱਤਨ ਤੋਂ ਪਾਰ ਲੰਘਿਆ। ਤਾਂ ਉਸ ਨੇ ਉਹਨਾਂ ਨੂੰ ਲੈ ਕੇ ਨਾਲੇ ਤੋਂ ਪਾਰ ਲੰਘਾਇਆ ਔਰ ਉਸ ਦੇ ਕੋਲ ਤਾਂ ਯਾਕੂਬ ਇਕੱਲਾ ਰਹਿ ਗਿਆ ਔਰ ਉਸ ਦੇ ਨਾਲ ਇੱਕ ਮਨੁੱਖ ਦਿਨ ਚੜਾਓ ਤੀਕ ਘੁਲਦਾ ਰਿਹਾ। ਤਾਂ ਜਦ ਉਸ ਵੇਖਿਆ ਕਿ ਮੈਂ ਇਸ ਨੂੰ ਜਿੱਤ ਨਹੀਂ ਸਕਦਾ ਤਾਂ ਉਸਦੇ ਪੱਟ ਦੇ ਜੋੜ ਨੂੰ ਹੱਥ ਲਾ ਦਿੱਤਾ ਔਰ ਯਾਕੂਬ ਦੇ ਪੱਟ ਦਾ ਜੋੜ ਉਸਦੇ ਘੁਲਣ ਦੇ ਕਾਰਨ ਨਿਕਲ ਗਿਆ। ਤਾਂ ਉਸ ਆਖਿਆ ਮੈਨੂੰ ਜਾਣ ਦੇ ਕਿਉਂ ਜੋ ਦਿਨ ਚੜ ਗਿਆ ਹੈ। ਉਸ ਆਖਿਆ ਮੈਂ ਤੈਨੂੰ ਨਹੀਂ ਜਾਣ ਦਿਆਂਗਾ
ਜਦ ਤੀਕ ਤੂੰ ਮੈਨੂੰ ਬਰਕਤ ਨਾ ਦੇਵੇਂ। ਆਪਾਂ ਧਿਆਨ ਨਾਲ ਇਸ ਆਇਤ ਨੂੰ ਦੁਬਾਰਾ ਪੜਾਂਗੇ। ਤਾਂ ਉਸ ਆਖਿਆ, ਮੈਨੂੰ ਜਾਣ ਦੇ, ਕਿਉਂ ਜੋ ਦਿਨ ਚੜ ਗਿਆ ਹੈ। ਤਾਂ ਉਸ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ ਜਦ ਤੀਕ ਤੂੰ ਮੈਨੂੰ ਬਰਕਤ ਨਾ ਦੇਵੇਂ। ਤਾਂ ਉਹਨੂੰ ਆਖਿਆ, ਤੇਰਾ ਨਾਂ ਕੀ ਹੈ? ਉਸ ਆਖਿਆ, ਯਾਕੂਬ। ਉਸ ਆਖਿਆ, ਤੇਰਾ ਨਾਂ ਹੁਣ ਤੋਂ ਯਾਕੂਬ ਨਹੀਂ ਆਖਿਆ ਜਾਵੇਗਾ, ਸਗੋਂ ਇਸਰਾਏਲ, ਕਿਉਂ ਜੋ ਤੂੰ ਪਰਮੇਸ਼ਰ ਅਤੇ ਮਨੁੱਖਾਂ ਨਾਲ ਯੁੱਧ ਕਰਕੇ ਜਿੱਤ ਗਿਆ ਹੈ। ਸੋ ਆਪਾਂ ਦੇਖਦੇ ਆ ਕਿ ਇੱਥੇ ਉਹ ਜਦੋਂ ਦੂਤ ਨਾਲ ਘੋਲ ਕਰ ਰਿਹਾ ਹੁੰਦਾ ਵਾ, ਤਾਂ ਉਸ ਟਾਈਮ ਉਦੋਂ ਤੱਕ ਉਹਨੂੰ ਨਹੀਂ ਛੱਡਦਾ ਜਦੋਂ ਤੱਕ ਉਸ ਤੋਂ ਬਰਕਤ ਹਾਸਲ ਨਹੀਂ ਕਰ ਲੈਂਦਾ। ਆਪਾਂ ਦੇਖਦੇ ਆ ਕਿ ਉਹ ਰਾਤ ਦੇ ਸਮੇਂ ਉਹਦੇ ਨਾਲ ਲੜ ਰਿਹਾ ਸੀ ਔਰ ਉਹਦੇ ਸਾਹਮਣੇ ਇੱਕ ਵੱਡੀ ਚੁਣੌਤੀ ਸੀ ਕਿ ਉਹ ਆਪਣੇ ਭਰਾ ਦੇ ਡਰ ਨੂੰ ਰੱਖਦਾ ਸੀ ਕਿ ਉਹਨੂੰ ਮਾਰ ਦੂਗਾ। ਔਰ ਇੱਧਰ ਦੇਖਦੇ ਆ ਕਿ ਉਹ ਸਭ ਕੁਛ ਅੱਗੇ ਛੱਡ ਦਿੰਦਾ ਏ, ਨੰਗਾ ਦਿੰਦਾ ਏ, ਕੱਲਾ ਪਿੱਛੇ ਰਹਿੰਦਾ ਏ। ਹੋ ਸਕਦਾ ਉਹ ਉਸ ਟਾਈਮ ਪ੍ਰਾਰਥਨਾ ਦੇ ਵਿੱਚ ਹੋਵੇ। ਘੋਲ ਕਰਨ ਦਾ ਮਤਲਬ, ਆਪਾਂ ਵੀ ਜਦੋਂ ਦੁਆ ਦੇ ਵਿੱਚ ਸੰਘਰਸ਼ ਕਰਦੇ ਆ, ਉਹ ਵੀ ਸਾਡਾ ਇੱਕ ਘੋਲ ਹੁੰਦਾ ਵਾ, ਯੁੱਧ ਹੁੰਦਾ ਏ, ਇੱਕ ਸਾਡਾ ਆਤਮਿਕ ਯੁੱਧ ਜਿਹਨੂੰ ਆਪਾਂ ਕਹਿ ਸਕਦੇ ਆ। ਤੇ ਜਦੋਂ ਆਪਾਂ ਯੁੱਧ ਕਰਦੇ ਆ, ਉਸ ਟਾਈਮ ਆਪਾਂ ਇੱਕ ਰਾਤ ਦੇ ਪਹਿਰ ਦੇ ਵਿੱਚ ਹੁੰਦੇ ਆ ਕਿ ਸਾਡੇ ਉੱਤੇ ਉਹ ਮੁਸੀਬਤ ਹੁੰਦੀ ਆ, ਦੁੱਖ ਹੁੰਦੇ ਆ ਕਿ ਸਾਨੂੰ ਕੁਛ ਉਸ ਤੋਂ ਇਲਾਵਾ ਅਸੀਂ ਕੁਛ ਨਹੀਂ ਦੇਖ ਪਾ ਰਹੇ, ਲੇਕਿਨ ਸਾਡਾ ਭਰੋਸਾ ਖੁਦਾ ਤੇ ਹੁੰਦਾ। ਉਸੇ ਤਰ੍ਹਾਂ ਯਾਕੂਬ ਸੀ, ਉਹ ਖੁਦਾ ਦੇ ਵਾਅਦੇ ਦੇ ਅਨੁਸਾਰ ਚੱਲ ਤਾਂ ਰਿਹਾ ਸੀਗਾ, ਲੇਕਿਨ ਉਹ ਰਾਤ ਦਾ ਪਹਿਰ ਉਹਦੇ ਲਈ ਬਹੁਤ ਹੀ ਵੱਡੀ ਚੁਣੌਤੀ ਸੀਗੀ ਕਿ ਉਹ ਘੁਲ ਰਿਹਾ ਸੀਗਾ। ਆਪਾਂ ਜਿੱਦਾਂ ਪ੍ਰਾਰਥਨਾ ਕਰਦੇ ਹਾਂ ਔਰ ਐਂਡ ਟਾਈਮ ਜਦੋਂ ਉਹਨੇ ਬਰਕਤ ਹਾਸਲ ਕਰਨੀ ਸੀ, ਈਵਨ ਕਿ ਉਹਦੇ ਪੱਟ ਨਿਕਲ ਚੁੱਕਿਆ ਸੀ ਉਹਦਾ ਜੋੜ, ਲੇਕਿਨ ਉਹਨੇ ਉਸਨੂੰ ਛੱਡਿਆ ਨਹੀਂ ਜਦੋਂ ਤੱਕ ਬਰਕਤ ਹਾਸਲ ਨਹੀਂ ਕੀਤੀ। ਅਸੀਂ ਵੀ ਹਿੰਮਤ ਹਾਰ ਜਾਂਦੇ ਆ, ਬਹੁਤ ਚੀਜ਼ਾਂ ਹੋ ਜਾਂਦੀਆਂ ਨੇ, ਸਾਨੂੰ ਲੱਗਦਾ ਹੁਣ ਇਹ ਸਾਡੇ ਲਈ ਪੋਸੀਬਲ ਨਹੀਂ ਜਾਂ ਨਹੀਂ ਹੋ ਸਕਦਾ, ਲੇਕਿਨ ਇੱਕ ਮਿੰਟ ਆਪਾਂ ਦੇਖ ਸਕਦੇ ਹਾਂ ਕਿ ਉਹ ਮੁਸੀਬਤ ਅਗਰ ਅਸੀਂ ਐਂਡਲੇ ਟਾਈਮ ਤੱਕ ਲੜਦੇ ਰਹੀਏ, ਖੁਦਾਵੰਦ ਐਂਡ ਟਾਈਮ ਤੇ ਹਰ ਇੱਕ ਹਾਲਾਤ ਨੂੰ ਬਦਲਣ ਦੀ ਸਾਮਰਥ ਰੱਖਦਾ ਹੈ। ਸੋ ਅਸੀਂ ਵੀ ਉਸ ਹਰ ਇੱਕ ਬਰਕਤ ਨੂੰ ਹਾਸਲ ਕਰ ਸਕਦੇ ਜੋ ਖੁਦਾਵੰਦ ਨੇ ਸਾਡੇ ਵਾਸਤੇ ਰੱਖੀ ਹੈ। ਔਰ ਦਿਨ ਦਾ ਚੜਾਅ ਇਸ ਗੱਲ ਨੂੰ ਦਰਸਾਉਂਦਾ ਹੈ ਜੋ ਸਾਡੀ ਉਸ ਪ੍ਰਾਰਥਨਾ ਤੋਂ ਬਾਅਦ ਦੀ ਜਿੱਤ ਵਾ। ਉਸ ਪ੍ਰਾਰਥਨਾ ਤੋਂ ਬਾਅਦ ਜੋ ਅਸੀਂ ਹਾਸਲ ਕਰ ਲੈਂਦੇ ਆ, ਉਹ ਦਿਨ ਦੇ ਚੜਾਓ ਨੂੰ ਦਰਸਾਉਂਦਾ ਹੈ ਕਿ ਇੱਕ ਨਵੀਂ ਸਵੇਰ, ਇੱਕ ਸਾਡਾ ਨਵਾਂ ਵਿਸ਼ਵਾਸ, ਸਾਡਾ ਜੋ ਉਤਸ਼ਾਹ ਉਸਦੇ ਦੁਆਰਾ ਵੱਧ ਜਾਂਦਾ ਹੈ। ਉਹ ਸਾਡੇ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਹੋਰ ਰੌਸ਼ਨੀ, ਇੱਕ ਨਵੀਂ ਉਮੀਦ ਪੈਦਾ ਕਰ ਦਿੰਦਾ ਹੈ ਕਿ ਅਸੀਂ ਆਪਣੀ ਗਵਾਹੀ ਕਿਸੇ ਹੋਰ ਨਾਲ ਸਾਂਝੀ ਕਰ ਸਕਦੇ ਹਾਂ ਔਰ ਉਹ ਗਵਾਹੀ ਕਿਸੇ ਹੋਰ ਦੀ ਜ਼ਿੰਦਗੀ 'ਚ ਨਵੇਂ ਦਿਨ ਦਾ ਚੜਾਅ, ਨਵੀਂ ਰੌਸ਼ਨੀ ਲੈ ਕੇ ਆ ਸਕਦੀ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਆਪਾਂ ਕਈ ਵਾਰੀ ਮੁਕਤੀ ਦੀ ਗਵਾਹੀ ਸਾਂਝੀ ਕਰਦੇ ਹਾਂ ਔਰ ਉਹ ਭੈਣ ਭਰਾ ਖੁਦਾ ਨੂੰ ਗ੍ਰਹਿਣ ਕਰ ਲੈਂਦੇ ਆ, ਤਾਂ ਉਹਨਾਂ ਲਈ ਉਹਨਾਂ ਦੀ ਪੂਰੀ ਲਾਈਫ ਚੇਂਜ ਹੋ ਜਾਂਦੀ ਹੈ ਕਿ ਉਹ ਪਰਮੇਸ਼ਰ ਨੂੰ ਗ੍ਰਹਿਣ ਕਰਦੇ ਆ, ਕਿ ਉਹ ਖੁਦਾਵੰਦ ਦੇ ਵਿੱਚ ਆ ਜਾਂਦੇ ਆ ਔਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਚਾਨਣ ਆ ਜਾਂਦਾ ਵਾ। ਉਹਨਾਂ ਲਈ ਤਾਂ ਪਹਿਲਾ ਦਿਨ ਉਹੀ ਹੋਇਆ ਜਦੋਂ ਉਹਨਾਂ ਨੇ ਖੁਸ਼ਖਬਰੀ ਨੂੰ ਸੁਣਿਆ। ਸੋ ਅਸੀਂ ਇਹੀ ਦੇਖਦੇ ਹਾਂ ਕਿ ਦਿਨ ਦਾ ਚੜਾਓ ਇੱਥੇ ਇੱਕ ਚਾਨਣ ਨੂੰ ਦਰਸਾਉਂਦਾ ਹੈ ਔਰ ਰਾਤ ਜੋ ਸਾਡੀ ਮੁਸੀਬਤ ਨੂੰ ਦਰਸਾਉਂਦੀ ਹੈ। ਤੋ ਜਿੱਦਾਂ ਕਿ ਉਹਨੇ ਕਿਹਾ ਕਿ ਮੈਂ ਉਦੋਂ ਤੱਕ ਤੈਨੂੰ ਨਹੀਂ ਛੱਡੂੰਗਾ ਜਦੋਂ ਤੱਕ ਤੂੰ ਮੈਨੂੰ ਬਰਕਤ ਨਾ ਦੇ ਦੇਵੇਂ, ਤੇ ਉਦੋਂ ਤੱਕ ਅਸੀਂ ਵੀ ਨਾ ਛੱਡੀਏ ਉਸ ਪੁਆਇੰਟ ਨੂੰ ਜਿਸ ਲਈ ਅਸੀਂ ਲੜ ਰਹੇ ਹਾਂ, ਜਦੋਂ ਤੱਕ ਅਸੀਂ ਉਸ ਬਰਕਤ ਨੂੰ ਹਾਸਲ ਨਹੀਂ ਕਰ ਲੈਂਦੇ ਜਿਸ ਲਈ ਅਸੀਂ ਦੁਆ ਕਰ ਰਹੇ ਹਾਂ। ਔਰ ਯਾਦ ਇਹ ਵੀ ਰੱਖਣਾ ਪਊਗਾ ਕਿ ਸਾਨੂੰ ਜਿੱਦਾਂ ਯਾਕੂਬ ਨੇ ਖੁਦਾ ਦੀ ਆਵਾਜ਼ ਨੂੰ ਸੁਣਿਆ ਹੋਇਆ ਸੀ ਕਿ ਪ੍ਰਭੂ ਨੇ ਕਿਹਾ ਕਿ ਮੈਂ ਤੇਰੇ ਨਾਲ ਭਲਾਈਆਂ ਹੀ ਭਲਾਈਆਂ ਕਰਾਂਗਾ, ਉਸੇ ਤਰ੍ਹਾਂ ਅਸੀਂ ਖੁਦਾ ਦੀ ਆਵਾਜ਼ ਨੂੰ ਵੀ ਨਾਲ ਸੁਣਨਾ ਹੈ ਕਿ ਪ੍ਰਭੂ ਸਾਨੂੰ ਕੀ ਕਹਿ ਰਿਹਾ ਹੈ, ਕਿ ਉਹ ਚੀਜ਼ ਸਾਡੇ ਲਈ ਜ਼ਰੂਰੀ ਹੈ ਵੀ ਆ ਜਾਂ ਨਹੀਂ ਵੀ ਹੈ। ਤੋ ਹਰ ਇੱਕ ਵਿਸ਼ੇ ਨੂੰ, ਹਰ ਇੱਕ ਗੱਲ ਨੂੰ ਸਾਨੂੰ ਧਿਆਨ ਵਿੱਚ ਰੱਖ ਕੇ ਫਿਰ ਹਰ ਇੱਕ ਦੁਆ ਨੂੰ
करना चाहिए और रिसीव करना चाहिए। सो यही मेरा अज का टॉपिक सी कि आज्ञाकारी भी जरूरी है, ईमानदारी भी जरूरी है। प्रार्थना उदों तक साडे लिए जरूरी है जदों तक असी बरकत नू हासिल नहीं कर लेंगे। आमीन। आमीन आमीन आमीन। थैंक यू अमन सिस्टर जी, बहुत ही पावरफुल मैसेज परमेश्वर ने हम सबके साथ थैंक यू शेयर दीदी। किया कि हमें परमेश्वर के साथ, कई बार परमेश्वर हमारी प्रार्थनाओं का जवाब जल्दी दे देता है और कई बार हमें वेट करने के लिए बोलता है, और जब तक वो वेट करने के लिए बोलता है तब तक हमें अपनी प्रार्थना को जारी रखना, अपना आत्मिक युद्ध जारी रखना। थैंक यू सिस्टर जी। तो अब मैं अपनी सिस्टर जेनिफर को इनवाइट करूंगी कि वो हमारे साथ परमेश्वर के वचन को शेयर करें, जो परमेश्वर ने उनके साथ बातचीत की है वो हमारे साथ शेयर करेंगे। वेलकम जेनिफर सिस्टर। मेरी फोटो शो हो रही है दीदी? हाँ जी, बहुत ਵਧੀਆ ਸ਼ੋ ਹੋ ਰਹੀ ਹੈ। ਸਨੀ ਵੀਰੇ ਤੁਸੀਂ ਟ੍ਰਾਂਸਲੇਸ਼ਨ ਕਰ ਰਹੇ ਹੋ ਸਿਸਟਰ ਦੇ ਲਈ, ਥੈਂਕ ਯੂ। ਤੁਹਾਡੇ ਦੋਨਾਂ ਦੇ ਹੱਥਾਂ 'ਚ ਦਿੰਨੇ ਆ। हालेलुया। जय मसीह की पाजी।